ਕਿਸਾਨੀ ਦੀ ਮੈਨੂੰ ਅੱਜ ਤੱਕ ਬੀਜੇਪੀ ਦਾ ਕੋਈ ਲੀਡਰ ਮੇਰੇ ਨਾਲ ਡਿਬੇਟ ਕਰ ਲੇ, ਮੈਨੂੰ ਇੰਨਾ ਸਮਝਾ ਦੇਣ ਬਈ 2022 ਵਿੱਚ ਕਿ ਅੱਜ 2024 ਜਾਂ 26 ਚ ਕਿਸਾਨੀ ਦੀ ਆਮਦਨ ਡਬਲ ਕਿਸ ਤਰ੍ਹਾਂ ਹੋ ਜਾਏਗੀ। ਬੀਜੇਪੀ ਕਹਿੰਦੀ ਹੈ ਜੀ ਅਸੀਂ ਜੀ ਕਿਸਾਨਾਂ ਨੂੰ ਫ੍ਰੀ ਕਰ ਦਿੱਤਾ ਜੀ, ਹੁਣ ਜਿੱਥੇ ਮਰਜ਼ੀ ਕਿਸਾਨ ਵੇਚ ਸਕਦਾ। ਕਿਸਾਨ ਤਾਂ ਪਹਿਲਾਂ ਵੀ ਵੇਚ ਸਕਦਾ ਸੀ, ਖਰੀਦਦਾਰ ਤਾਂ ਹੋਵੇ। ਮੋਦੀ ਸਾਹਿਬ ਨੇ 2 ਸਾਲ ਪਹਿਲਾਂ ਕਿਹਾ ਕਿ ਮੈਂ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਡਬਲ ਕਰ ਦੂੰਗਾ। ਮੈਨੂੰ ਤਾਂ ਨਹੀਂ ਸਮਝ ਲੱਗ ਰਹੀ ਵੀ ਇਹ ਕਿਸ ਤਰ੍ਹਾਂ ਡਬਲ ਕਰ ਦੇਣਗੇ। ਮੋਦੀ ਸਰਕਾਰ ਸਾਰੇ ਵਰਲਡ ਦੀ ਸਭ ਤੋਂ ਜ਼ਿਆਦਾ ਝੂਠੀ ਸਰਕਾਰ ਹੈ। ਇੰਨਾ ਝੂਠ ਬੋਲਦੀ ਹੈ ਯਾਰ ਸਰਕਾਰ। ਚਾਹੇ ਉਹ ਨੋਟਬੰਦੀ ਸੀ, ਚਾਹੇ ਉਹ ਕਾਲਾ ਧਨ ਸੀ, ਚਾਹੇ ਉਹ 15 ਲੱਖ ਰੁਪਏ ਦੀ ਗੱਲ ਸੀ, ਮਤਲਬ ਕਿ ਐਡਾ ਕੁ ਡਰਾਮਾ ਰਚ ਦਿੰਦੇ ਆ। ਇਹ ਮੋਦੀ ਸਾਹਿਬ ਸਿਰਫ ਐਂਡ ਸਿਰਫ ਸ਼ਗੂਫੇਬਾਜ਼ੀ ਕਰਦੇ ਨੇ, ਲਿਫਾਫੇਬਾਜ਼ੀ ਕਰਦੇ ਨੇ। 5 ਦਿਨ ਮੈਡਮ ਸੀਤਾਰਮਨ ਅਨਾਊਂਸ ਕਰਦੇ ਰਹੇ 20 ਲੱਖ ਕਰੋੜ ਰੁਪਏ ਦਾ ਪੈਕੇਜ। ਉਹ ਕਿੱਥੇ ਆ ਪੈਕੇਜ? ਕਿਸਾਨਾਂ ਦੀ ਬਾਰ-ਬਾਰ ਬੀਜੇਪੀ ਸਰਕਾਰ ਜਿਹੜੀ ਆ ਬੇਇੱਜ਼ਤੀ ਕਰਦੀ ਆ ਰਹੀ ਹੈ ਕਿ ਇਹਨਾਂ ਨੂੰ ਥੰਮਿਆ ਨਹੀਂ ਜਾ ਸਕਦਾ ਜਲਦੀ। ਜੇ ਇੰਨੇ ਲੋਕ ਇੰਨੇ ਹਿੰਦੁਸਤਾਨ ਦੀਆਂ ਕਿਸਾਨ ਜਥੇਬੰਦੀਆਂ ਕਿਸਾਨ ਵੀਰ ਮੰਗ ਕਰ ਰਹੇ ਆ ਤੇ ਮੋਦੀ ਸਾਹਿਬ ਤਾਂ ਜਨਤਾ ਨਹੀਂ ਚੁਣੇ ਨੇ ਨਾ। ਉਹ ਕੋਈ ਰਾਜਾ ਤਾਂ ਹੈ ਨਹੀਂਗਾ, ਉਹ ਕੋਈ ਬਾਦਸ਼ਾਹ ਤਾਂ ਹੈ ਨਹੀਂਗਾ, ਉਹ ਕੋਈ ਕਿੰਗ ਤਾਂ ਹੈ ਨਹੀਂਗਾ। ਉਹਨੂੰ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ, ਜਿੱਦ ਨਹੀਂ ਕਰਨੀ ਚਾਹੀਦੀ, ਹੰਕਾਰ 'ਚ ਨਹੀਂ ਆਉਣਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ। ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਕਿਸਾਨ ਜਿਹੜੇ ਆ ਪ੍ਰਦਰਸ਼ਨ ਕਰ ਰਹੇ ਨੇ। ਦਿੱਲੀ ਦੀ ਹਿੱਕ ਦੇ ਉੱਤੇ ਬੈਠ ਕੇ ਜਿਹੜੇ ਆ ਪ੍ਰਦਰਸ਼ਨ ਚੱਲ ਰਹੇ ਨੇ। ਪੰਜਾਬ ਦੇ ਕਿਸਾਨ ਜਿਹੜੇ ਆ ਦਿੱਲੀ ਬਾਰਡਰ ਤੇ ਪਹੁੰਚੇ, ਜਿਸ ਤੋਂ ਬਾਅਦ ਹੋਰ ਸੂਬਿਆਂ ਦੇ ਕਿਸਾਨ ਜਿਹੜੇ ਆ ਉਹ ਵੀ ਮੋਟੀਵੇਟ ਹੋਏ ਤੇ ਪੰਜਾਬ ਦੇ ਨਾਲ ਆ ਰਲੇ। ਤਾਂ ਲਗਾਤਾਰ ਜਿਹੜੇ ਆ ਹੋਰ ਸੂਬਿਆਂ ਦੇ ਕਿਸਾਨ ਜਿਵੇਂ ਕਿ ਮੱਧ ਪ੍ਰਦੇਸ਼, ਤੇਲੰਗਾਨਾ, ਯੂਪੀ, ਬਿਹਾਰ, ਰਾਜਸਥਾਨ, ਹਰਿਆਣਾ, ਇਹ ਸਾਰੇ ਕਿਸਾਨ ਜਿਹੜੇ ਨੇ ਲਗਾਤਾਰ ਧਰਨਾ ਦੇ ਰਹੇ ਨੇ ਦਿੱਲੀ ਬਾਰਡਰ ਦੇ ਉੱਤੇ। ਲੇਕਿਨ ਬੀਜੇਪੀ ਸਰਕਾਰ ਜਿਹੜੀ ਹੈ, ਜਿਹਨੂੰ ਅਸੀਂ ਜਿੱਦੀ ਸਰਕਾਰ ਕਹਿ ਸਕਦੇ ਹਾਂ, ਉਹ ਇਹਨਾਂ ਖੇਤੀ ਕਾਨੂੰਨਾਂ ਨੂੰ ਜਿਹੜਾ ਵਾਪਸ ਲੈਣ ਦੇ ਲਈ ਨਹੀਂ ਮੰਨ ਰਹੀ। ਲੇਕਿਨ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਜਿਹੜੇ ਆ ਰੱਦ ਕਰਵਾ ਕੇ ਹੀ ਵਾਪਸ ਆਉਣਗੇ। ਸੋ ਇਸੇ ਮੁੱਦੇ ਉੱਤੇ ਗੱਲਬਾਤ ਕਰਨ ਦੀ ਸਾਡੇ ਨਾਲ MLA ਕੁਲਦੀਪ ਸਿੰਘ ਵੈਦ ਜੀ ਮੌਜੂਦ ਨੇ। ਵੈਦ ਸਾਹਿਬ, ਜਿਹੜੇ ਇਹ ਕਾਨੂੰਨ ਨੇ ਲਿਆਂਦੇ ਬੀਜੇਪੀ ਸਰਕਾਰ ਦੇ ਵੱਲੋਂ, ਲੇਕਿਨ ਬੀਜੇਪੀ ਸਰਕਾਰ ਜਿਹੜੀ ਹੈ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਤੇ ਜਿੱਦ ਦਿਖਾ ਰਹੀ ਹੈ, ਇਹਨਾਂ ਨੂੰ ਵਾਪਸ ਕਿਉਂ ਨਹੀਂ ਲੈ ਰਹੀ ਤੁਹਾਡੇ ਸਾਹਮਣੇ? ਦੇਖੋ, ਬੜੀ ਮੰਦਭਾਗੀ ਜਿਹੜੀ ਸਿਚੁਏਸ਼ਨ ਹੈ ਉਹ ਮੋਦੀ ਸਰਕਾਰ ਨੇ ਬਣਾ ਦਿੱਤੀ ਹੈ। ਮੈਨੂੰ ਇੱਕ ਚੀਜ਼ ਨਹੀਂ ਹਾਲੇ ਤੱਕ ਕੋਈ ਵੀ ਬੀਜੇਪੀ ਲੀਡਰ ਜਿਹੜਾ ਉਹ ਸੈਟਿਸਫਾਈ ਕਰਾ ਸਕਿਆ। ਇਹ ਕਹਿੰਦੇ ਆ ਮੋਦੀ ਸਾਹਿਬ ਨੇ 2 ਸਾਲ ਪਹਿਲਾਂ ਕਿਹਾ ਕਿ ਮੈਂ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਡਬਲ ਕਰ ਦੂੰਗਾ। ਮੈਨੂੰ ਤਾਂ ਨਹੀਂ ਸਮਝ ਲੱਗ ਰਹੀ ਵੀ ਇਹ ਕਿਸ ਤਰ੍ਹਾਂ ਡਬਲ ਕਰ ਦੇਣਗੇ। ਇਹ ਮੋਦੀ ਸਾਹਿਬ ਸਿਰਫ ਐਂਡ ਸਿਰਫ ਸ਼ਗੂਫੇਬਾਜ਼ੀ ਕਰਦੇ ਨੇ, ਲਿਫਾਫੇਬਾਜ਼ੀ ਕਰਦੇ ਨੇ। ਹਰ ਚੌਥੇ ਮਹੀਨੇ 6 ਮਹੀਨੇ ਬਾਅਦ ਕੋਈ ਨਾ ਕੋਈ ਇਹੋ ਜਿਹਾ ਡਰਾਮਾ ਰਚ ਦਿੰਦੇ ਆ ਲੋਕਾਂ ਨੂੰ ਵਿਖਾਉਣ ਲਈ ਕਿ ਜੀ ਬੀਜੇਪੀ ਸਰਕਾਰ ਬਹੁਤ ਕੁਝ ਕਰ ਰਹੀ ਹੈ, ਬੀਜੇਪੀ ਸਰਕਾਰ ਡਿਵੈਲਪਮੈਂਟ ਕਰ ਰਹੀ ਹੈ, ਹਿੰਦੁਸਤਾਨ ਦਾ ਕਿਸਾਨ। ਇਹ ਸਿਰਫ ਲੋਕਾਂ ਨੂੰ ਦਿਖਾਉਣ ਲਈ ਕਿ ਕਿਹੜਾ ਕਿਸੇ ਨੇ ਜਾ ਕੇ ਵੈਰੀਫਾਈ ਕਰਨਾ। ਚਾਹੇ ਉਹ ਨੋਟਬੰਦੀ ਸੀ, ਚਾਹੇ ਉਹ ਕਾਲਾ ਧਨ ਸੀ, ਚਾਹੇ ਉਹ 15 ਲੱਖ ਰੁਪਏ ਦੀ ਗੱਲ ਸੀ, ਮਤਲਬ ਕਿ ਐਡਾ ਕੁ ਡਰਾਮਾ ਰਚ ਦਿੰਦੇ ਆ। ਮੈਂ ਲੰਬੀ ਗੱਲ ਨਹੀਂ ਕਰਦਾ। ਮੋਦੀ ਸਰਕਾਰ ਸਾਰੇ ਵਰਲਡ ਦੀ ਸਭ ਤੋਂ ਜ਼ਿਆਦਾ ਝੂਠੀ ਸਰਕਾਰ ਹੈ। ਇੰਨਾ ਝੂਠ ਬੋਲਦੀ ਹੈ ਯਾਰ ਸਰਕਾਰ। ਆ ਤੁਸੀਂ ਪਿੱਛੇ ਜੇ 5 ਦਿਨ ਮੈਡਮ ਸੀਤਾਰਮਨ ਅਨਾਊਂਸ ਕਰਦੇ ਰਹੇ 20 ਲੱਖ ਕਰੋੜ ਰੁਪਏ ਦਾ ਪੈਕੇਜ। ਉਹ ਕਿੱਥੇ ਆ ਪੈਕੇਜ? ਮਤਲਬ ਕਿ ਕਿਸਾਨੀ ਦੀ ਮੈਨੂੰ ਅੱਜ ਤੱਕ ਬੀਜੇਪੀ ਦਾ ਕੋਈ ਲੀਡਰ ਮੇਰੇ ਨਾਲ ਡਿਬੇਟ ਕਰ ਲੇ, ਮੈਨੂੰ ਇੰਨਾ ਸਮਝਾ ਦੇਣ ਬਈ 2022 ਵਿੱਚ ਕਿ ਅੱਜ 2024 ਜਾਂ 26 ਚ ਕਿਸਾਨੀ ਦੀ ਆਮਦਨ ਡਬਲ ਕਿਸ ਤਰ੍ਹਾਂ ਹੋ ਜਾਏਗੀ। ਬੀਜੇਪੀ ਕਹਿੰਦੀ ਹੈ ਜੀ ਅਸੀਂ ਜੀ ਕਿਸਾਨਾਂ ਨੂੰ ਫ੍ਰੀ ਕਰ ਦਿੱਤਾ ਜੀ, ਹੁਣ ਜਿੱਥੇ ਮਰਜ਼ੀ ਕਿਸਾਨ ਵੇਚ ਸਕਦਾ। ਕਿਸਾਨ ਤਾਂ ਪਹਿਲਾਂ ਵੀ ਵੇਚ ਸਕਦਾ ਸੀ, ਖਰੀਦਦਾਰ ਤਾਂ ਹੋਵੇ। ਪਹਿਲਾਂ ਕੋਈ ਬਾਹਰ ਥੋੜੀ ਸੀ। ਫਿਰ ਆਖਿਆ ਜੀ ਬਾਹਰੋਂ ਟਰੇਡਰ ਆ ਕੇ ਖਰੀਦੇਗਾ। ਅੱਜ ਕਿਹੜਾ ਟਰੇਡਰ ਨੂੰ ਜਦੋਂ ਇਹ ਐਕਟ ਨਹੀਂ ਸੀ ਬਣਿਆ ਇਸ ਤੋਂ ਪਹਿਲਾਂ, ਅੱਜ ਕਿਹੜਾ ਕਿਸੇ ਟਰੇਡਰ ਨੂੰ ਬੈਨ ਹੈ ਵੀ ਤੂੰ ਖਰੀਦ ਨਹੀਂ ਸਕਦਾ? ਅੱਜ ਵੀ ਖਰੀਦ ਸਕਦੇ ਆ। ਇਟਸ ਇਕਨੋਮਿਕਸ। ਬਾਕੀ ਤਾਂ ਸਾਰਾ ਇਹਨਾਂ ਦਾ ਝੂਠ ਚੱਲੀ ਗਿਆ, ਬਟ ਇਕਨੋਮਿਕਸ ਕਿਉਂਕਿ ਅੰਕੜੇ ਨੇ, ਡਿਮਾਂਡ ਸਪਲਾਈ, ਉੱਥੇ ਆ ਕੇ ਬੀਜੇਪੀ ਫਸ ਗਈ ਹੈ। ਖੱਟੜ ਦੇ ਵੱਲੋਂ ਜਦੋਂ ਪੰਜਾਬ ਦੇ ਜਿਹੜੇ ਕਿਸਾਨ ਨੇ ਸ਼ਾਂਤਮਈ ਢੰਗ ਦੇ ਨਾਲ ਅੱਗੇ ਵਧ ਰਹੇ ਸੀਗੇ, ਲੇਕਿਨ ਖੱਟੜ ਦੇ ਵੱਲੋਂ ਜਿਹੜਾ ਆ
ਪੱਟ ਦਿੱਤਾ ਗਿਆ, ਸੜਕਾਂ ਨੂੰ ਪੱਟ ਦਿੱਤਾ ਗਿਆ, ਬੈਰੀਕੇਡ ਲਗਾ ਦਿੱਤੇ ਗਏ, ਫਿਰ ਕਿਸਾਨ ਜਿਹੜੇ ਆ ਬਹੁਤ ਜ਼ਿਆਦਾ ਗੁੱਸੇ ਵਿੱਚ ਆਏ ਤੇ ਉਹ ਅੱਗੇ ਵਧਦੇ ਗਏ। ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਇਹ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਖੱਟਰ ਦੇ ਵੱਲੋਂ, ਤਾਂ ਕਿਹੜੀਆਂ ਪਾਵਰਸ ਜਿਹੜੀਆਂ ਸੀਗੀਆਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਵਾ ਰਹੇ ਸੀਗੇ? ਦੇਖੋ, ਆਪਣਾ ਮੁਲਕ ਹੈ, ਦਿੱਲੀ ਸਾਡੀ ਕੈਪੀਟਲ ਹੈ, ਸਾਨੂੰ ਸ਼ਾਂਤਮਈ ਢੰਗ ਨਾਲ ਦਿੱਲੀ ਨਹੀਂ ਜਾਣ ਦਿੱਤਾ ਗਿਆ। ਮੈਂ ਤਾਂ ਆਹ ਪਹਿਲੀ ਵਾਰੀ ਵੇਖਿਆ ਇੰਨਾ ਜ਼ੁਲਮ। ਇਹ ਜ਼ੁਲਮ ਹੈ ਜੋ ਹਾਲਾਤ ਆਪਾਂ ਟੈਲੀਵਿਜ਼ਨ ਦੇ ਉੱਤੇ ਵੇਖੇ ਆ। ਮੈਂ ਆਪਣੇ ਸ਼ੰਭੂ ਬੈਰੀਅਰ ਤੇ ਵੀ ਮੈਂ ਜਾ ਕੇ ਆਇਆ ਉਸ ਦਿਨ। ਐਡੇ ਵੱਡੇ ਵੱਡੇ ਹੈਜ਼ਰਡ, ਵੱਡੇ ਵੱਡੇ ਉਹ ਪਿਲਰ ਲਿਆ ਕੇ ਵਿੱਚ ਲਾ ਦਿੱਤੇ, ਤਾਰਾਂ ਲਾਤੀਆਂ, ਚੇਨਾਂ ਲਾ ਦਿੱਤੀਆਂ, ਸੜਕਾਂ ਨੂੰ ਪੱਟ ਦਿੱਤਾ। ਯਾਰ ਕਿਹੜੀ ਦੁਨੀਆ 'ਚ ਵਸਦੇ ਹੋ? ਇਹ ਕੋਈ ਪਾਕਿਸਤਾਨ ਤੇ ਹਿੰਦੁਸਤਾਨ ਦੀ ਜੰਗ ਲੱਗੀ ਹੋਈ ਹੈ? ਆਪਣੇ ਬੰਦੇ, ਆਪਣੇ ਮੁਲਕ ਦੇ ਬੰਦੇ ਦਿੱਲੀ ਜਾ ਰਹੇ ਨੇ, ਸ਼ਾਂਤਮਈ ਪ੍ਰੋਟੈਸਟ ਕਰਨ ਜਾ ਰਹੇ ਨੇ, ਨਹੀਂ ਕਰਨ ਦੇਣਾ। ਸਾਡੇ ਕਿਸਾਨ ਵੀਰਾਂ ਨੇ ਉਹ ਸਾਰੇ ਬੈਰੀਅਰ ਪਾਰ ਕਰਕੇ ਦਿੱਲੀ ਪਹੁੰਚ ਗਏ ਨੇ। ਬੀਜੇਪੀ ਸਰਕਾਰ ਨੂੰ ਚਾਹੀਦਾ ਹੈ ਇਹਨਾਂ ਨਾਲ ਗੱਲਬਾਤ ਕਰੇ, ਗੱਲਬਾਤ ਕਰਕੇ ਕਿਸਾਨਾਂ ਦੀਆਂ ਬਿਲਕੁਲ ਜੈਨੂਅਨ ਡਿਮਾਂਡਸ ਨੇ। ਮੈਂ ਫਿਰ ਕੱਲ੍ਹ ਵੀ ਬੀਜੇਪੀ ਵਾਲਿਆਂ ਨੂੰ ਕਿਹਾ ਕਿ ਮੈਨੂੰ ਇਹ ਗੱਲ ਦੱਸੋ ਕਿ ਇਹਨਾਂ ਦੀ ਡਿਮਾਂਡ ਇੱਕ ਗਲਤ ਦੱਸ ਦਿਓ। ਉਹਨਾਂ ਦੇ ਕੋਲੇ ਕੋਈ ਜਵਾਬ ਨਹੀਂ। ਇੱਕ ਬੀਜੇਪੀ ਸਰਕਾਰ ਦਾ ਕੋਈ ਨੁਮਾਇੰਦਾ ਕਿਸਾਨ ਵੀਰਾਂ ਦੀ ਡਿਮਾਂਡ ਨੂੰ ਗਲਤ ਦੱਸ ਦੇਵੇ, ਹੈ ਹੀ ਨਹੀਂ ਉਹਨਾਂ ਕੋਲੇ ਕੋਈ ਆਨਸਰ। ਬਿਲਕੁਲ ਟੋਟਲ ਜੈਨੂਅਨ ਗੱਲਾਂ ਨੇ। ਅੱਜ ਮੈਂ ਇੱਕ ਹੋਰ ਤੁਹਾਡੇ ਕੋਲ ਇੱਥੇ ਐਡ ਕਰਨੀ ਚਾਹੁੰਦਾ। ਮੈਨੂੰ ਬੜੀ ਖੁਸ਼ੀ ਹੋਈ ਕੱਲ੍ਹ ਜਦੋਂ ਮੈਂ ਇੱਕ ਸਟੇਟਮੈਂਟ ਪੜ੍ਹੀ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅੱਜ ਅਮਿਤ ਸ਼ਾਹ ਜੀ ਨੂੰ ਮਿਲਣ ਜਾ ਰਹੇ ਆ। ਕੋਈ ਨਾ ਕੋਈ ਸਿੱਟਾ ਜ਼ਰੂਰ ਨਿਕਲੂਗਾ। ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਇੰਨੀ ਇੱਕ ਸ਼ਮਤਾ, ਪਾਵਰ ਹੈ ਕਿ ਉਹ ਅਮਿਤ ਸ਼ਾਹ ਜੀ ਨੂੰ ਕਨਵਿੰਸ ਕਰਾ ਕੇ ਆਉਣਗੇ। ਮੈਨੂੰ ਨਹੀਂ ਪਤਾ ਮੋਦੀ ਸਾਹਿਬ ਮੰਨਣਗੇ ਜਾਂ ਨਹੀਂ ਮੰਨਣਗੇ, ਬਟ ਅਮਿਤ ਸ਼ਾਹ ਨੂੰ ਜ਼ਰੂਰ ਕਨਵਿੰਸ ਕਰਾ ਕੇ ਆਉਣਗੇ। ਇਹ ਕਿਸਾਨ ਵੀਰਾਂ ਦੀਆਂ ਜੈਨੂਅਨ ਮੰਗਾਂ ਨੇ। ਗੱਲ ਕੀਤੀ ਜਾਵੇ ਕਿਸਾਨਾਂ ਦੀ, ਤਾਂ ਕਿਸਾਨ ਜਿਹੜੇ ਆ 2 ਵਾਰ ਦਿੱਲੀ ਗਏ, ਦੋਨੋਂ ਵਾਰ ਦਿੱਲੀ ਬੁਲਾ ਕੇ ਉਹਨਾਂ ਨੂੰ ਸਮਝਾ ਕੇ ਭੇਜ ਦਿੱਤਾ ਗਿਆ ਵਾਪਸ। ਤਾਂ ਤੀਜੀ ਵਾਰ ਜਿਹੜਾ ਦੁਬਾਰਾ ਗਏ, ਜਦੋਂ ਕੱਲ੍ਹ ਦੀ ਜਦੋਂ ਗੱਲ ਹੋਈ ਆ, ਮੀਟਿੰਗ ਹੋਈ ਆ, ਤਾਂ ਕੱਲ੍ਹ ਵੀ ਸਮਝਾ ਕੇ ਭੇਜ ਦਿੱਤਾ ਗਿਆ ਕਿਸਾਨਾਂ ਨੂੰ। ਤਾਂ ਕਿਸਾਨਾਂ ਦੀ ਬਾਰ-ਬਾਰ ਬੀਜੇਪੀ ਸਰਕਾਰ ਜਿਹੜੀ ਆ ਬੇਇੱਜ਼ਤੀ ਕਰਦੀ ਜਾ ਰਹੀ ਹੈ ਕਿ ਇਹਨਾਂ ਨੂੰ ਥੰਮਿਆ ਨਹੀਂ ਜਾ ਸਕਦਾ ਜਲਦੀ। ਦੇਖੋ, ਬਹੁਤ ਗਲਤ ਕਰ ਰਹੀ ਹੈ ਬੀਜੇਪੀ। ਮੋਦੀ ਸਾਹਿਬ ਨੂੰ ਤੇ ਅਮਿਤ ਸ਼ਾਹ ਨੂੰ ਸੋਚਣਾ ਚਾਹੀਦਾ ਹੈ, ਇਹ ਡੈਮੋਕ੍ਰੈਟਿਕ ਮੁਲਕ ਹੈ। ਇੱਥੇ ਜੇ ਲੋਕਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ ਤੇ ਕਿਹਦੀ ਆਵਾਜ਼ ਸੁਣੀ ਜਾਊਗੀ? ਜੇ ਇੰਨੇ ਲੋਕ, ਇੰਨੇ ਹਿੰਦੁਸਤਾਨ ਦੀਆਂ ਕਿਸਾਨ ਜਥੇਬੰਦੀਆਂ, ਕਿਸਾਨ ਵੀਰ ਮੰਗ ਕਰ ਰਹੇ ਆ, ਤੇ ਮੋਦੀ ਸਾਹਿਬ ਤਾਂ ਜਨਤਾ ਨਹੀਂ ਚੁਣੇ ਨੇ ਨਾ। ਉਹ ਕੋਈ ਰਾਜਾ ਤਾਂ ਹੈ ਨਹੀਂਗਾ, ਉਹ ਕੋਈ ਬਾਦਸ਼ਾਹ ਤਾਂ ਹੈ ਨਹੀਂਗਾ, ਉਹ ਕੋਈ ਕਿੰਗ ਤਾਂ ਹੈ ਨਹੀਂਗਾ। ਉਹਨੂੰ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਜਿੱਦ ਨਹੀਂ ਕਰਨੀ ਚਾਹੀਦੀ, ਹੰਕਾਰ 'ਚ ਨਹੀਂ ਆਉਣਾ ਚਾਹੀਦਾ। ਜੇ ਉਹ ਹੰਕਾਰ 'ਚ ਆਇਆ ਤਾਂ ਉਹ ਕੁਦਰਤ ਬਹੁਤ ਵੱਡਾ ਇਨਸਾਫ ਕਰਦੀ ਹੈ। ਉਸ ਕੁਦਰਤ ਤੋਂ ਜ਼ਰੂਰ ਡਰਨਾ ਚਾਹੀਦਾ, ਉਸ ਨੇਚਰ ਤੋਂ ਜ਼ਰੂਰ ਡਰਨਾ ਚਾਹੀਦਾ, ਉਸ ਰੱਬ ਤੋਂ ਜ਼ਰੂਰ ਡਰਨਾ ਚਾਹੀਦਾ। ਲੋਕਾਂ ਦੀ ਆਵਾਜ਼ ਨੂੰ ਤੁਸੀਂ ਕਿੱਦਾਂ ਦਬਾਓਗੇ? ਲੋਕਾਂ ਦੀ ਆਵਾਜ਼ ਦਬਾਈ ਨਹੀਂ ਜਾਣੀ, ਕਿਉਂਕਿ ਸਾਡੇ ਕਿਸਾਨ ਵੀਰ ਦੀ ਇੱਕ ਜਿਹੜੀ ਮੰਗ ਆ ਉਹ ਜੈਨੂਅਨ ਹੈ। ਤੁਹਾਨੂੰ ਲੱਗਦਾ ਨਰਿੰਦਰ ਮੋਦੀ ਜਿਹੜੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਦੀ ਈਗੋ ਹਰਟ ਹੋ ਰਹੀ ਹੈ ਕਿ ਕਿਸਾਨ ਜਿਹੜੇ ਆ ਸਾਰੇ ਦੇਸ਼ ਦੇ ਇਕੱਠੇ ਹੋ ਗਏ ਅਚਾਨਕ, ਤੇ ਹੁਣ ਪ੍ਰੋਟੈਸਟ ਸ਼ੁਰੂ ਹੋ ਗਿਆ। ਉਹਨਾਂ ਸੋਚਿਆ ਨਹੀਂ ਸੀਗਾ ਵੀ ਪ੍ਰੋਟੈਸਟ ਇੰਨਾ ਹਾਵੀ ਹੋ ਸਕਦਾ ਆ। ਤਾਂ ਦਿੱਲੀ 5 ਪਾਸੇ ਘੇਰਨ ਦੀ ਗੱਲ ਕੀਤੀ ਗਿਆ, ਲੇਕਿਨ ਬੀਜੇਪੀ ਦੇ ਵੱਲੋਂ ਹਲੇ ਵੀ ਜਿਹੜਾ ਆ ਕੋਈ ਇਸ ਤਰ੍ਹਾਂ ਦੀ ਕੋਈ ਸਟੇਟਮੈਂਟ ਨਹੀਂ ਆਈ ਹੈਗੀ ਕਿ ਇਹਨਾਂ ਦੇ ਉੱਤੇ ਵਿਚਾਰ ਕੀਤਾ ਜਾਊਗਾ। ਦੇਖੋ, ਇਹੋ ਜਿਹੀ ਵਿਸਫੋਟਕ ਸਿਚੁਏਸ਼ਨ ਬਣੀ ਹੋਈ ਹੈ, ਬੜਾ ਡਰ ਲੱਗ ਰਿਹਾ ਆਉਣ ਵਾਲੇ ਸਮੇਂ 'ਚ ਹਰ ਮੂਮੈਂਟ ਕਿ ਕਿਤੇ ਕੋਈ, ਬਿਕੋਜ਼ ਜਿਹੜੀਆਂ ਸਰਕਾਰਾਂ ਨੇ, ਸਪੈਸ਼ਲੀ ਜਿਹੜੀ ਬੀਜੇਪੀ ਦੀ ਸਰਕਾਰ ਹੈ, ਇਹ ਸਾਡੀ ਹਿੰਦੁਸਤਾਨ ਦੇ, ਭਾਰਤ ਵਰਸ਼ ਦੇ ਕਿਸਾਨ ਵੀਰਾਂ ਨੂੰ ਐਜੀਟੇਸ਼ਨ ਫੇਲ ਕਰਨ ਵਾਸਤੇ ਕੁਝ ਵੀ ਕਰ ਸਕਦੀ ਹੈ। ਪਰ ਇਹ ਚਾਹੀਦਾ ਨਹੀਂ। ਤੁਸੀਂ ਮੋਦੀ ਸਾਹਿਬ ਦੀ ਗੱਲ ਕੀਤੀ ਹੈ, ਮੋਦੀ ਸਾਹਿਬ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਆਪਣਾ ਹਿੰਦੁਸਤਾਨ ਹੈ, ਇਹ ਆਪਣਾ ਭਾਰਤ ਹੈ, ਇਹ ਇੰਡੀਆ ਹੈ। ਅੱਜ ਮੈਂ ਕਹਿੰਦਾ ਸਾਰੇ ਹਿੰਦੁਸਤਾਨ ਦੇ ਲੋਕ, ਭਾਰਤ ਦੇ ਲੋਕ ਪੁੱਛਦੇ ਆ ਮੋਦੀ ਸਾਹਿਬ ਨੂੰ ਕਿ ਮੋਦੀ ਸਾਹਿਬ ਇਕੱਲੇ ਤੁਸੀਂ ਠੀਕ ਹੋ ਕਿ ਆ ਜਿਹੜਾ ਪੂਰਾ ਲੱਖਾਂ ਲੋਕ ਨੇ ਜਿਹੜੇ ਇਹ ਗਲਤ ਨੇ? ਆ ਬੀਜੇਪੀ ਦੇ ਲੀਡਰ ਕਹਿ ਦੇਣਗੇ, ਆ ਕਈਆਂ ਨੇ ਤਾਂ ਆਪਣਾ ਕਹਿ ਦਿੱਤਾ ਜੀ ਇਹ ਖਾਲਿਸਤਾਨ ਦੀ ਬੈਕਿੰਗ ਹੈ, ਕਈਆਂ ਨੇ ਕਹਤਾ ਹੈ ਜੀ ਅਰਬਨ ਨਕਸਲ ਜਾ। ਯਾਰ ਸ਼ਰਮ ਕਰੋ, ਇਹ ਜਿਹੇ ਲੀਡਰ, ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਲੀਡਰਾਂ ਨੂੰ। ਉਹ ਯਾਰ ਆਪਣਾ ਮੁਲਕ ਹੈ, ਨਾ ਵੰਡੀਆਂ ਪਾਓ। ਇਹ ਵੰਡੀਆਂ ਪਾਉਣ ਵਾਲੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਆਪਣਾ ਮੁਲਕ ਆ, ਆਪਣੇ ਬੰਦੇ, ਇਹਨਾਂ ਨੂੰ ਪਿਆਰ ਨਾਲ ਨਜਿੱਠੋ।
ਤੁਸੀਂ ਕੱਲ ਦੇਖਿਓ ਕਿ ਵੀਡੀਓ ਰਾਤ ਦਾ ਟਾਈਮ ਸੀਗਾ 10:30 ਤੋਂ ਬਾਅਦ ਦੀ ਗੱਲ ਹੈ ਇਹ। ਉੱਥੇ ਮੁੰਡੇ ਕੁੜੀਆਂ ਸੀਗੇ ਜਿੱਥੇ ਪ੍ਰਦਰਸ਼ਨ ਚੱਲ ਰਿਹਾ ਸੀਗਾ ਤੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕਿ ਉੱਥੇ ਫੋਟੋਜ਼ ਖਿੱਚੀਆਂ ਜਾ ਰਹੀਆਂ ਸੀ ਕੁੜੀਆਂ ਦੀਆਂ। ਇਹ ਉਹਨਾਂ ਨੇ ਆਪ ਮੰਨੇ ਨੇ ਉਹ ਗੱਲ ਨੂੰ। ਤੇ ਤੁਸੀਂ ਕੀ ਮੰਨਦੇ ਹੋ ਕਿ ਜਿਹੜੇ 16-17 ਜਾਣੇ ਹਾਇਰ ਕੀਤੇ ਗਏ ਸੀ, ਇਹਨਾਂ ਨੇ ਆਪ ਬੋਲਿਆ ਵੀ ਸਾਨੂੰ ਹਾਇਰ ਕਰਕੇ ਭੇਜਿਆ ਗਿਆ ਸੀ, ਕਿ ਇਹ ਸੰਘਰਸ਼ ਨੂੰ ਕਮਜ਼ੋਰ ਕਿਉਂ ਕੀਤਾ ਜਾ ਰਿਹਾ? ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ ਕਿ ਇਹ ਬੀਜੇਪੀ ਸਰਕਾਰ ਇੰਨੀ ਹੰਕਾਰੀ ਹੋਈ ਸਰਕਾਰ ਹੈ, ਇਹਨੇ ਸਾਡੇ ਹਿੰਦੁਸਤਾਨ ਦੇ ਕਿਸਾਨ ਵੀਰਾਂ ਦੀ ਜਿਹੜੀ ਜੈਨੂਨ ਮੰਗ ਹੈ, ਜਿਹੜੀ ਐਜੀਟੇਸ਼ਨ ਹੈ, ਇਹਨੂੰ ਫੇਲ ਕਰਨ ਵਾਸਤੇ ਕੁਝ ਵੀ ਕਰ ਸਕਦੇ ਨੇ, ਕੁਝ ਵੀ ਕਰ ਸਕਦੇ ਨੇ। ਇਹਨਾਂ ਤੋਂ ਮੈਂ ਬਾਰ-ਬਾਰ ਸਾਡੇ ਕਾਂਗਰਸ ਦੇ ਲੀਡਰਸ ਵੀ ਕਹਿ ਰਹੇ ਨੇ, ਹੁਣ ਤਾਂ ਹਰਿਆਣੇ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਸਿਰਫ ਖੱਟੜ ਸਾਹਿਬ ਨੂੰ ਛੱਡ ਕੇ ਬਾਕੀ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਜਿਹੜੀ ਜਿੱਥੇ ਬੀਜੇਪੀ ਨਹੀਂ ਆ, ਚਾਹੁੰਦੇ ਤਾਂ ਬੀਜੇਪੀ ਦੇ ਲੀਡਰਸ ਵੀ ਨੇ, ਲੇਕਿਨ ਉਹ ਮੋਦੀ ਤੇ ਅਮਿਤ ਸ਼ਾਹ ਸਾਹਮਣੇ ਬੋਲ ਨਹੀਂ ਸਕਦੇ। ਪੰਜਾਬ ਦੇ ਸਾਰੇ ਬੀਜੇਪੀ ਜਿੰਨੇ ਲੀਡਰਸ ਨੇ ਉਹ ਜੈਨੂਨਲੀ ਚਾਹੁੰਦੇ ਆ, ਲੇਕਿਨ ਉਹ ਆਪਣੀ ਜ਼ੁਬਾਨ ਤੋਂ ਨਹੀਂ ਖੋਲ ਸਕਦੇ। ਇੱਕ ਜਣੇ ਦਾ ਅਸਤੀਫਾ ਦੇ ਦਿੱਤਾ ਗਿਆ ਸੀ ਹਰਿਆਣੇ ਦੇ ਵੱਲੋਂ, ਇੱਕ ਆਗੂ ਦੇ ਵੱਲੋਂ। ਤੁਹਾਨੂੰ ਕਹਿੰਦਾ ਬਾਕੀ ਵੀ ਅਸਤੀਫੇ ਦੇ ਸਕਦੇ ਨੇ ਜਿਸ ਹਿਸਾਬ ਨਾਲ ਚੱਲਦਾ ਪਿਆ। ਦੇਖੋ ਉਹਨਾਂ ਬਾਰੇ ਮੈਨੂੰ ਨਹੀਂ ਪਤਾ ਕਿ ਉਹ ਅਸਤੀਫੇ ਦੇ ਸਕਦੇ ਨਹੀਂ ਦੇ ਸਕਦੇ ਆ। ਜੈਨੂਨੈਸ ਇਹ ਹੈ ਕਿ ਸਾਡੇ ਕਿਸਾਨ ਵੀਰਾਂ ਦੀ ਹਰ ਇੱਕ ਮੰਗ ਜਾਇਜ਼ ਹੈ। ਅਖੀਰਲਾ ਕੁਐਸਚਨ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕਿਸਾਨ ਵੀਰਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਪੰਜਾਬ ਦੇ ਕਿਸਾਨ ਜਾਂ ਹੋਰ ਕਿਸਾਨ ਜਿਹੜੇ ਜਥੇਬੰਦੀਆਂ ਉੱਥੇ ਬੈਠੀਆਂ ਨੇ? ਦੇਖੋ ਮੈਂ ਤਾਂ ਭਾਰਤ ਵਰਸ਼ ਦੇ, ਇਹ ਸਾਡਾ ਬਹੁਤ ਖੂਬਸੂਰਤ ਮੁਲਕ ਹੈ। ਇਹ ਜਿਹੜਾ ਸਾਡਾ ਭਾਰਤ ਹੈ ਇਹ ਬਹੁਤ ਖੂਬਸੂਰਤ ਮੁਲਕ ਹੈ। ਜਿੰਨੀਆਂ ਵੀ ਜਥੇਬੰਦੀਆਂ, ਜਿੰਨੇ ਵੀ ਸਾਡੇ ਕਿਸਾਨ ਵੀਰ, ਸਾਡੇ ਪਰਿਵਾਰ ਇਹਦੇ ਵਿੱਚ ਲੱਗੇ ਆ, ਇੱਕੋ ਇੱਕ ਬੇਨਤੀ ਕਰੂੰਗਾ ਕਿ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਇਹ ਆਪਾਂ ਜਿਹੜੀ ਐਜੀਟੇਸ਼ਨ ਚਲਾ ਰਹੇ ਹਾਂ ਆਪਣੀਆਂ ਮੰਗਾਂ ਮਨਵਾਉਣ, ਇਹਨੂੰ ਬਿਲਕੁਲ ਸ਼ਾਂਤਪੂਰਵਕ ਢੰਗ ਦੇ ਨਾਲ ਇਹਨੂੰ ਚਲਾਉਣਾ ਆ। ਗੱਲਬਾਤ ਨਾਲ ਬਹੁਤ ਮਸਲੇ ਨਜਿੱਠੇ ਜਾਂਦੇ ਨੇ, ਟਕਰਾਅ ਨਾਲ ਮਸਲੇ ਖਰਾਬ ਹੋ ਜਾਂਦੇ ਨੇ। ਸੋ ਮੈਂ ਆਪਣੇ ਜਿੰਨੇ ਵੀ ਸਾਡੇ ਉੱਥੇ ਵੀਰ ਬੈਠੇ ਨੇ ਉਹਨਾਂ ਨੂੰ ਇੱਕੋ ਬੇਨਤੀ ਹੈ ਕਿ ਸ਼ਾਂਤਮਈ ਢੰਗ ਨਾਲ ਆਪਾਂ ਸਾਰਾ ਜਿਹੜਾ ਇਹ ਐਜੀਟੇਸ਼ਨ ਇਹਨੂੰ ਚਲਾਉਣਾ ਹੈ। ਬਹੁਤ ਧੰਨਵਾਦ ਜੀ। ਥੈਂਕ ਯੂ। ਸੋ ਇਸ ਨੇ ਐਮਐਲਏ ਕੁਲਦੀਪ ਸਿੰਘ ਵੈਦ ਜੀ। ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਜੋ ਪ੍ਰੋਟੈਸਟ ਕਰੋ ਤੁਹਾਡਾ ਹੱਕ ਹੈ, ਤੁਸੀਂ ਵੀ ਆਰਾਮ ਨਾਲ ਪ੍ਰੋਟੈਸਟ ਕਰੋ, ਲੇਕਿਨ ਜੋ ਸ਼ਰਾਰਤੀ ਅਨਸਰ ਇੱਥੇ ਪ੍ਰੋਟੈਸਟ ਨੂੰ ਖਰਾਬ ਕਰਨ ਦੇ ਲਈ ਆਉਂਦੇ ਨੇ ਉਹਨਾਂ ਦੇ ਉੱਤੇ ਵੀ ਨਿਗਾਹ ਰੱਖੀ ਜਾਵੇ, ਔਰ ਇਸੇ ਨਾਲ ਹੀ ਤੁਹਾਡਾ ਜਿਹੜਾ ਸੰਘਰਸ਼ ਜਿਹੜਾ ਕਾਮਯਾਬ ਹੋ ਸਕਦਾ ਹੈ। ਸੋ ਵਧੇਰੀ ਅਪਡੇਟਸ ਦੀ ਜੁੜੇ ਰਹੋ ਲੁਧਿਆਣਾ ਟਾਈਮਸ ਨਾਲ। ਕੈਮਰਾਮੈਨ ਤੋਂ ਤੁਹਾਡੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।